ਕਿਸਾਨ ਅਕੈਡਮੀ ਦੇ ਆਨਲਾਈਨ ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਤੁਸੀਂ ਮੇਰੇ ਨਾਲ ਐਨਟੀਟੀ ਦੀ ਪ੍ਰੈਪਰੇਸ਼ਨ ਦੇ ਵਿੱਚ ਜੁੜੇ ਹੋਏ ਹੋ ਤੇ ਅੱਜ ਜੋ ਟੌਪਿਕ ਸਾਡਾ ਐਮਸੀਕਿਊ ਡਿਸਕਸ਼ਨ ਦੇ ਲਈ ਹੈ ਉਹ ਹੈ ਲਰਨਿੰਗ ਆਊਟਕਮ ਤੁਹਾਡੇ ਐਫ ਪਾਰਟ ਦੇ ਨਾਲ। ਸਾਡੇ ਕੋਲ ਫਰਸਟ ਕੁਐਸਚਨ ਆ, ਵਿਚ ਆਫ ਫੋਲੋਇੰਗ ਇਜ਼ ਨਾਟ ਰਿਲੇਟਡ ਟੂ ਕੋਗਨੀਟਿਵ ਡੋਮੇਨ ਆਫ ਬਲੂਮ। ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਜਿਨ੍ਹਾਂ ਨੇ ਜਿਹੜੇ ਕਰ ਚੁੱਕੇ ਨੇ ਮੇਰੇ ਨਾਲ ਲਰਨਿੰਗ ਆਊਟਕਮ ਵਾਲਾ ਟੌਪਿਕ ਕਿ ਅਸੀਂ ਬਲੂਮ ਦੀ ਟੈਕਸੋਨੋਮੀ ਪੜ੍ਹੀ ਸੀ, ਆਬਜੈਕਟਿਵ ਦਿੱਤੇ ਸੀ ਬਲੂਮ ਨੇ ਤੇ ਨਾਲ ਹੀ ਲਰਨਿੰਗ ਦੇ ਤਿੰਨ ਡੋਮੇਨ ਵੀ ਦਿੱਤੇ ਸੀਗੇ ਨਾ, ਜਿਹਦੇ ਵਿੱਚ ਸਾਡਾ ਕੋਗਨੀਟਿਵ ਡੋਮੇਨ ਸੀ, ਅਫੈਕਟਿਵ ਡੋਮੇਨ ਸੀ ਤੇ ਨਾਲ ਹੀ ਸਾਡਾ ਸਾਈਕੋਮੋਟਰ ਡੋਮੇਨ ਸੀ। ਠੀਕ ਹੈ ਜੀ। ਇਹਦੇ ਅਕੋਰਡਿੰਗ ਹੀ ਇਹਦੇ ਚ ਪੁੱਛਿਆ ਗਿਆ ਕਿ ਜਿਹੜਾ ਕੋਗਨੀਟਿਵ ਡੋਮੇਨ ਸੀ ਉਹਦੇ ਵਿੱਚ ਕਿਹੜਾ ਪੱਖ ਨਹੀਂ ਸ਼ਾਮਲ, ਕਿਉਂਕਿ ਕੋਗਨੀਟਿਵ ਡੋਮੇਨ ਦੇ ਵਿੱਚ 6 ਲੈਵਲ ਦੱਸੇ ਸੀਗੇ ਬਲੂਮ ਨੇ ਤੇ ਉਹਨਾਂ ਦੇ ਵਿੱਚੋਂ ਕਿਹੜਾ ਇੱਕ ਇਹ ਜਿਹੜਾ ਇਹਦੇ ਚ ਦਿੱਤੀ ਹੋਈ ਆਪਸ਼ਨ ਆ ਉਹ ਡੀਲ ਨਹੀਂ ਕਰਦੀ ਕੋਗਨੀਟਿਵ ਡੋਮੇਨ ਦੇ ਨਾਲ। ਠੀਕ ਹੈ ਜੀ। ਤਾਂ ਸਾਡੇ ਕੋਲ ਜਿਹੜਾ ਫਰਸਟ ਹੈ ਉਹ ਹੈ ਤਾਲਮੇਲ, ਯਾਨੀ ਕਿ ਕੋਆਰਡੀਨੇਸ਼ਨ, ਬੀ ਨੌਲੇਜ, ਸੀ ਕੰਪਰੀਹੈਂਸਿਵ, ਡੀ ਇਵੈਲੂਏਸ਼ਨ। ਤਾਂ ਇੱਥੇ ਸਾਡੇ ਕੋਲ ਤਾਲਮੇਲ ਆ ਜਿਹੜਾ ਇਹਦਾ ਆਨਸਰ ਬਣਦਾ, ਕਿਉਂਕਿ ਇਹ ਚ ਨੋਟ ਪੁੱਛਿਆ ਗਿਆ ਕਿ ਕੋਗਨੀਟਿਵ ਡੋਮੇਨ ਦੇ ਨਾਲ ਕਿਹੜਾ ਡੀਲ ਨਹੀਂ ਕਰਦਾ, ਕਿਉਂਕਿ ਜਿਹੜੀਆਂ ਸਟੇਜਸ ਜਿਹੜੇ ਲੈਵਲ ਬਲੂਮ ਨੇ ਦਿੱਤੇ ਆ ਉਹਦੇ ਚ ਨੌਲੇਜ, ਕੰਪਰੀਹੈਂਸ਼ਨ, ਐਪਲੀਕੇਸ਼ਨ, ਐਨਾਲਿਸਿਸ, ਸਿੰਥੀਸਿਸ ਤੇ ਇਵੈਲੂਏਸ਼ਨ, ਇਹ 6 ਲੈਵਲ ਸ਼ਾਮਲ ਸੀ। ਠੀਕ ਹੈ ਜੀ। ਉਹਦੇ ਵਿੱਚੋਂ ਨੌਲੇਜ ਸੀਗਾ ਜਿਹੜਾ ਜਿਹਨੂੰ ਬਾਅਦ ਦੇ ਵਿੱਚ ਨਾਮ ਬਦਲ ਕੇ ਰਿਮੈਂਬਰਿੰਗ ਕਰ ਦਿੱਤਾ ਗਿਆ, ਸਭ ਤੋਂ ਲੋਐਸਟ ਲੈਵਲ ਸੀ। ਠੀਕ ਹੈ। ਨੈਕਸਟ ਆਪਣੇ ਕੋਲ ਵਿਚ ਆਫ ਫੋਲੋਇੰਗ ਇਜ਼ ਪ੍ਰੋਡਕਟ ਆਫ ਲਰਨਿੰਗ। ਇਹਨਾਂ ਦੇ ਵਿੱਚੋਂ ਕਿਹੜਾ ਸਿੱਖਣ ਦਾ ਨਤੀਜਾ ਹੈ? ਸਿੱਖਣ ਦਾ ਪ੍ਰੋਡਕਟ ਆ ਸਿੱਖਣ ਅਨੁਭਵ, ਲਰਨਿੰਗ ਐਕਸਪੀਰੀਅੰਸ, ਬੀ ਲਰਨਿੰਗ ਆਊਟਕਮ ਸਿੱਖਣ ਨਤੀਜਾ ਤੇ ਸੀ ਲਰਨਿੰਗ ਆਬਜੈਕਟਿਵ। ਦੇਖੋ ਲਰਨਿੰਗ ਜਦੋਂ ਵੀ ਹੁੰਦੀ ਆ ਤਾਂ ਤਿੰਨ ਚੀਜ਼ਾਂ ਦੇ ਵਿੱਚੋਂ ਲੰਘਦੀ ਆ। ਪਹਿਲਾ ਹੁੰਦਾ ਹਰ ਇੱਕ ਲਰਨਿੰਗ ਦਾ ਕੋਈ ਉਦੇਸ਼, ਉਹ ਉਦੇਸ਼ ਨੂੰ ਪੂਰਾ ਕਰਨ ਦੇ ਲਈ ਲਏ ਜਾਂਦੇ ਆ ਅਨੁਭਵ, ਤੇ ਜੋ ਬਿਲਕੁਲ ਲਾਸਟ ਦੇ ਉੱਪਰ ਨਿਕਲਦਾ ਹੁੰਦਾ ਪ੍ਰੋਡਕਟ, ਜਿਹਨੂੰ ਅਸੀਂ ਕੀ ਆਖਦੇ ਆ ਲਰਨਿੰਗ ਆਊਟਕਮ। ਤੀਜਾ ਕੁਐਸਚਨ ਆਪਣੇ ਕੋਲ, ਵਟ ਇਜ਼ ਦਾ ਫਾਰਮੂਲਾ ਆਫ ਲਰਨਿੰਗ ਆਊਟਕਮ। ਤਾਂ ਲਰਨਿੰਗ ਆਊਟਕਮ ਦਾ ਇੱਕ ਨਤੀਜਾ ਇੱਕ ਫਾਰਮੂਲਾ ਉਹ ਹੈ ਵਰਬ ਜਾਂ ਐਕਸ਼ਨ, ਤੁਸੀਂ ਜੋ ਵੀ ਕਿਰਿਆ ਕੀਤੀ ਉਹ ਫਰੇਜ਼, ਤੇ ਨਾਲ ਹੀ ਵਾਈ, ਵਟ, ਹਾਊ। ਇਹਨਾਂ ਤਿੰਨਾਂ ਚੀਜ਼ਾਂ ਨੂੰ ਅਸੀਂ ਜੱਜ ਕਰਦੇ ਹਾਂ ਲਰਨਿੰਗ ਆਊਟਕਮ ਦੇ ਵਿੱਚ, ਮਤਲਬ ਕੀ ਸਿੱਖਿਆ, ਕਿਉਂ ਸਿੱਖਿਆ ਤੇ ਕਿਵੇਂ ਸਿੱਖਿਆ। ਠੀਕ ਹੈ ਜੀ। ਫੋਰਥ ਆਪਣੇ ਕੋਲ ਬਲੂਮ ਟੈਕਸੋਨੋਮੀ ਇਨਕਲੂਡਸ। ਬਲੂਮ ਟੈਕਸੋਨੋਮੀ ਦੇ ਵਿੱਚ ਕੀ ਸ਼ਾਮਲ ਹੈ? 3H, ਬਿਲਕੁਲ, ਕਿਉਂਕਿ ਬਲੂਮ ਨੇ ਤਿੰਨ ਡੋਮੇਨ ਦਿੱਤੇ ਨੇ, ਹੈਡ, ਹਰਟ ਤੇ ਹੈਂਡ। ਠੀਕ ਹੈ ਜੀ। ਮਤਲਬ ਕੋਗਨੀਟਿਵ, ਅਫੈਕਟਿਵ ਤੇ ਸਾਈਕੋਮੋਟਰ। ਹੀ ਰੋਟ ਟੈਕਸੋਨੋਮੀ ਆਫ ਐਜੂਕੇਸ਼ਨਲ ਆਬਜੈਕਟਿਵ, ਬਿਲਕੁਲ ਇਹ ਕੀ ਸੀਗੀ, ਬਲੂਮ ਦੁਆਰਾ ਲਿਖੀ ਗਈ ਇੱਕ ਬੁੱਕ। ਜਿਹੜੇ ਤਿੰਨ ਡੋਮੇਨ ਸੀ ਉਹ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ। ਕੋਗਨੀਟਿਵ ਕੀ ਹੈ? ਹੈਡ, ਅਫੈਕਟਿਵ ਮਤਲਬ ਹਰਟ ਤੇ ਸਾਈਕੋਮੋਟਰ ਸਾਡਾ ਹੈਂਡ ਮਤਲਬ ਹੱਥ। ਠੀਕ ਹੈ ਜੀ। ਤਾਂ ਇਹ ਤਿੰਨੋਂ ਹੀ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਲੂਮ ਟੈਕਸੋਨੋਮੀ ਦੇ ਨਾਲ ਡੀਲ ਕਰਦੀਆਂ। ਨੈਕਸਟ ਕੁਐਸਚਨ ਆਪਣੇ ਕੋਲ, what is following is most important for evaluation। ਤਾਂ ਇਹਦੇ ਅਕੋਰਡਿੰਗ ਕਿ evaluation ਦੇ ਲਈ ਕੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਆ? ਜਦੋਂ ਅਸੀਂ ਕਿਸੇ ਵੀ ਪਰਸਨ ਦੀ ਵੈਲਿਊਏਸ਼ਨ ਕਰਨੀ ਹੁੰਦੀ ਆ ਨਾ, ਕਿਸੇ ਵੀ ਬੱਚੇ ਨੇ ਕੀ ਸਿੱਖਿਆ ਉਹ ਇਵੈਲੂਏਟ ਕਰਨਾ ਹੁੰਦਾ, ਤਾਂ ਸਾਡੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੁੰਦਾ? ਤਾਂ ਸਾਡੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦੀ ਆ ਲਰਨਿੰਗ ਆਊਟਕਮ, ਹਨਾ। ਜਦੋਂ ਕੋਈ ਲਰਨਿੰਗ ਆਊਟਕਮ ਹੋਊਗੀ ਤਾਂ ਉਹਦੇ ਆਧਾਰ ਉੱਪਰ ਹੀ ਅਸੀਂ ਇਹ ਅੰਦਾਜ਼ਾ ਲਾਉਂਦੇ ਹਾਂ ਕਿ ਬੱਚੇ ਨੇ ਕਿੰਨਾ ਸਿੱਖਿਆ, ਕਿੰਨੀ ਜਿਹੜੀ ਲਰਨਿੰਗ ਆਊਟਕਮ ਬੱਚੇ ਨੇ ਦਿੱਤੀ ਆ। ਠੀਕ ਹੈ ਜੀ। ਤਾਂ ਜਿਹੜਾ ਸਾਡਾ ਬਿਲਕੁਲ ਜਿਹਦੇ ਆਧਾਰ ਦੇ ਉੱਪਰ ਵੈਲਿਊਏਸ਼ਨ ਕੀਤੀ ਜਾਂਦੀ ਉਹ ਕੀ ਹੋਊਗਾ? ਸਿੱਖਣ ਨਤੀਜਾ ਆਊਗਾ, ਉਹਦੇ ਆਧਾਰ ਉੱਪਰ ਹੀ ਅਸੀਂ ਬੱਚੇ ਦੀ ਵੈਲਿਊਏਸ਼ਨ ਕਰ ਸਕਦੇ ਹਾਂ। which of following learning outcome related to goal of children become effective communicator। ਜਦੋਂ ਅਸੀਂ ਕਰਿਕੂਲਮ ਵਾਲਾ ਟੌਪਿਕ ਕੀਤਾ ਸੀ ਤਾਂ ਉਹਦੇ ਚ ਤਿੰਨ ਆਬਜੈਕਟਿਵਸ ਦੀ ਗੱਲ ਕੀਤੀ ਸੀ, ਤਿੰਨ ਗੋਲਸ ਦੀ ਗੱਲ ਕੀਤੀ ਸੀ, ਜਿਹੜੇ ਕਿ NCERT ਦੁਆਰਾ ਕਰਿਕੂਲਮ ਦੇ ਨਾਲ, ਪ੍ਰੀ ਪ੍ਰਾਇਮਰੀ ਕਰਿਕੂਲਮ ਦੇ ਨਾਲ ਰਿਲੇਟਡ ਦਿੱਤੇ ਗਏ ਆ। ਉਹਦੇ ਨਾਲ ਉਹਨਾਂ ਜੋ ਆਬਜੈਕਟਿਵਸ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ, ਜੋ ਸਕਿੱਲਸ ਸੀਗੀਆਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਟੀਚਿੰਗ ਮੈਥੋਡੋਲੋਜੀ ਹੋਊਗੀ ਤੇ ਅੰਤ ਦੇ ਵਿੱਚ ਕੋਈ ਨਾ ਕੋਈ ਲਰਨਿੰਗ ਆਊਟਕਮ ਵੀ ਹੋਊਗੀ। ਠੀਕ ਹੈ ਜੀ। ਤਾਂ ਇਹਦੇ ਵਿੱਚੋਂ ਇਹ ਪੁੱਛਿਆ ਗਿਆ ਕਿ ਕਿਹੜਾ ਇਹਨਾਂ ਦੇ ਵਿੱਚੋਂ ਜਿਹੜਾ ਸੰਬੰਧਿਤ ਹੈਗਾ ਕਿਹਦੇ ਨਾਲ, ਸਾਡੇ ਉਸ ਗੋਲ ਦੇ ਨਾਲ ਜਿਹਦੇ ਚ ਇਹ ਆਖਿਆ ਗਿਆ ਸੀਗਾ ਕਿ ਬੱਚਾ ਇੱਕ ਗੁੱਡ ਕਮਿਊਨੀਕੇਟਰ ਬਣਾਉਣਾ ਹੀ ਸਾਡਾ ਉਦੇਸ਼ ਆ। ਠੀਕ ਹੈ। ਤਾਂ ਉਹਦੀ ਕਿਹੜੀ ਆਊਟਕਮ ਇਹ ਸ਼ੋ ਕਰੂਗੀ ਕਿ ਇੱਕ ਬੱਚਾ ਗੁੱਡ ਕਮਿਊਨੀਕੇਟਰ ਬਣ ਚੁੱਕਿਆ? ਫਸਟ ਆ ਸਾਡੇ ਕੋਲ ਇਨੀਸ਼ੀਏਟਿਵ ਟੂ ਟੇਕ ਪਾਰਟ ਇਨ ਐਕਟੀਵਿਟੀਜ਼, ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਦੀ ਪਹਿਲ। ਇਹ ਕਿਹਦੇ ਨਾਲ ਰਿਲੇਟਡ ਆ? ਸਾਡੇ ਤੀਜੇ ਗੋਲ ਦੇ ਨਾਲ। ਇਹਦੇ ਲਈ ਤੁਹਾਨੂੰ ਕਰਿਕੂਲਮ ਟੌਪਿਕ ਕਲੀਅਰ ਕਰਨਾ ਪਊਗਾ। ਤੀਜਾ ਗੋਲ ਸਾਡਾ ਕੀ ਸੀਗਾ? ਇੰਟਰੈਕਸ਼ਨ ਵਿਦ ਇਨਵਾਇਰਨਮੈਂਟ। ਠੀਕ ਹੈ ਜੀ। ਇੰਟਰੈਕਟ ਕਰੂਗਾ, ਗਤੀਵਿਧੀਆਂ ਦੇ ਰਾਹੀਂ ਹਿੱਸਾ ਲਊਗਾ। ਠੀਕ ਹੈ ਜੀ। ਦੈਨ ਹੈਗਾ ਫਾਈਨ ਐਂਡ ਮੋਟਰ ਸਕਿੱਲ। ਇਹ ਕਿਹੜਾ ਆਬਜੈਕਟਿਵ ਦਾ ਆਊਟਕਮ ਆ?
ਜਿਹੜਾ ਸਾਡੇ ਕੋਲ ਫਰਸਟ ਸੀਗਾ ਹੈਲਦੀ ਐਂਡ ਵੈਲਬੀਇੰਗ, ਬੱਚੇ ਦੀ ਵੈਲਬੀਇੰਗ ਤੇ ਹੈਲਦੀ ਬੱਚੇ ਦੀ ਹੈਲਥ ਨੂੰ ਮੇਨਟੇਨ ਰੱਖਣਾ। ਠੀਕ ਹੈ। ਥਰਡ ਆਪਣੇ ਕੋਲ ਆਪਣੇ ਨਾਮ ਦੀ ਪਹਿਚਾਣ ਕਰਨਾ, ਇਹ ਲੈਂਗੁਏਜ ਦੇ ਨਾਲ ਰਿਲੇਟਡ ਆ। ਠੀਕ ਹੈ। ਬੱਚੇ ਨੂੰ ਕਮਿਊਨੀਕੇਟਰ, ਇਫੈਕਟਿਵ ਕਮਿਊਨੀਕੇਟਰ ਬਣ ਰਿਹਾ ਬੱਚਾ, ਉਹਦੀ ਪਛਾਣ ਸਾਡੇ ਤੋਂ ਕਿੱਥੇ ਕਦੋਂ ਹੋਊਗੀ, ਜਦੋਂ ਉਹ ਲਗਭਗ 3 ਜਾਂ 4 ਸਾਲ ਦੀ ਉਮਰ ਦੇ ਵਿੱਚ ਆਪਦੇ ਨਾਂ ਦੀ ਪਛਾਣ ਕਰਨ ਲੱਗ ਜਾਂਦਾ। 7th ਆਪਣੇ ਕੋਲ ਲਰਨਿੰਗ ਆਊਟਕਮ ਇਜ਼ ਨੈਸੈਸਰੀ ਫॉर, ਲਰਨਿੰਗ ਆਊਟਕਮ ਕਿਹਦੇ ਲਈ ਜ਼ਰੂਰੀ ਆ, ਕਿਹਦੇ ਲਈ ਲੋੜੀਂਦੀ ਆ। ਤਾਂ ਸਾਡੇ ਕੋਲ ਕਿੰਨਾ ਲਈ ਹੈਲਪ ਕਰਦੀ ਹੈ ਲਰਨਿੰਗ ਆਊਟਕਮ, ਪੇਰੈਂਟਸ ਦੀ ਹੈਲਪ ਕਰਦੀ ਹੈ ਜਾਣਨ ਦੇ ਵਿੱਚ ਬੱਚੇ ਨੇ ਕਿੰਨਾ ਸਿੱਖਿਆ, ਸਾਡਾ ਬੱਚਾ ਕੀ ਕਰ ਰਿਹਾ। ਸਟੂਡੈਂਟ ਦੀ ਹੈਲਪ ਕਰਦੀ ਹੈ ਕਿ ਜੋ ਲਰਨਿੰਗ ਉਦੇਸ਼ ਮੈਂ ਰੱਖੇ ਹੋਏ ਸੀ ਮੈਂ ਕਿੰਨੇ ਉਹ ਹਾਸਲ ਕਰ ਰਿਹਾ। ਤੇ ਟੀਚਰ ਦੀ ਹੈਲਪ ਕਰਦੀ ਹੈ ਇਹ ਜਾਣਨ ਦੇ ਵਿੱਚ ਕਿ ਜੋ ਮੈਂ ਸਿਖਾ ਰਿਹਾ ਸੀ ਉਹਨੂੰ ਬੱਚਾ ਕਿੰਨਾ ਸਿੱਖ ਰਿਹਾ। ਤਾਂ ਸਾਡੇ ਕੋਲ ਆਪਸ਼ਨ ਹੈ ਇੱਥੇ ਡੀ। ਨੈਕਸਟ ਆਪਣੇ ਕੋਲ the first component of writing a student learning outcome, ਜਦੋਂ ਵੀ ਅਸੀਂ ਬੱਚੇ ਦੀ ਲਰਨਿੰਗ ਆਊਟਕਮ ਨੂੰ ਤੁਸੀਂ ਇੱਕ ਟੀਚਿੰਗ ਲਾਈਨ ਦੇ ਵਿੱਚ ਸ਼ੋ ਕਰਨਾ ਤਾਂ ਉਹਦੇ ਲਈ ਤੁਹਾਡੇ ਕੋਲ ਕਿਹੜਾ ਪਹਿਲਾ ਤੱਤ ਹੋਊਗਾ। ਪੁੱਟ ਆਲ ਆਫ ਯੂਅਰ ਲਰਨਿੰਗ ਆਬਜੈਕਟਿਵ, ਤੁਸੀਂ ਲਰਨਿੰਗ ਆਬਜੈਕਟਿਵ ਜਿਹੜੇ ਵੀ ਹੈਗੇ ਉਹਨਾਂ ਨੂੰ ਸ਼ਾਮਲ ਕਰੋਗੇ। ਠੀਕ ਹੈ। ਡਿਟਰਮਿਨ ਦਾ ਅਸੈਸਮੈਂਟ ਯੂ ਵਿਲ ਯੂਜ਼, ਤੁਸੀਂ ਇਹ ਵੀ ਰਾਈਟਿੰਗ ਦੇ ਵਿੱਚ ਸ਼ੋ ਕਰੋਗੇ ਕਿ ਜਿਹੜੇ ਅਸੈਸਮੈਂਟ ਤੁਸੀਂ ਕਰ ਰਹੇ ਹੈਗੇ ਹੋ ਉਹ ਨਿਸ਼ਚਿਤ ਆ। ਠੀਕ ਹੈ। ਜੋ ਮੈਥਡ ਤੁਸੀਂ ਅਡਾਪਟ ਕੀਤਾ ਹੈਗਾ ਉਹ ਕੀ ਆ। ਦੈਨ ਆਪਣੇ ਕੋਲ ਹੈ ਯੂਜ਼ ਦਾ ਸਟੈਂਡਰਡ ਟੂ ਆਇਡੈਂਟੀਫਾਈ ਦਾ ਸਕਿੱਲ, ਤੁਸੀਂ ਜਿਹੜੀਆਂ ਬੱਚੇ ਦੀਆਂ ਸਕਿੱਲਸ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਨ ਦੇ ਲਈ ਜਾਂ ਉਹ ਬੱਚਾ ਕੀ ਸਿੱਖ ਰਿਹਾ ਹੈਗਾ, ਕੀ ਲਰਨ ਕਰ ਰਿਹਾ ਹੈਗਾ, ਉਹਦੇ ਉਹ ਸਟੈਂਡਰਡਸ ਨੂੰ ਵੀ ਨਾਲ ਕੈਰੀ ਕਰੋਗੇ। ਠੀਕ ਹੈ। ਤਾਂ ਇਹਦੇ ਵਿੱਚ ਤੁਹਾਡਾ ਫਰਸਟ, ਇਹਦੇ ਚ ਦੇਖੋ ਬਾਕੀ ਸਾਰੀਆਂ ਚੀਜ਼ਾਂ ਦੋ ਆਪਸ਼ਨ ਵੀ ਠੀਕ ਨੇ, ਪਰ ਇਹ ਚ ਸਾਡੇ ਕੋਲ ਪੁੱਛਿਆ ਗਿਆ ਕਿ ਫਰਸਟ ਕੰਪੋਨੈਂਟ ਕੀ ਹੋਊਗਾ। ਤਾਂ ਸਭ ਤੋਂ ਪਹਿਲਾਂ ਤੁਸੀਂ ਉਹ ਸਟੈਂਡਰਡ ਡਿਸਾਈਡ ਕਰੋਗੇ, ਉਹ ਸਟੈਂਡਰਡ ਆਇਡੈਂਟੀਫਾਈ ਕਰੋਗੇ ਜਿਨ੍ਹਾਂ ਨੂੰ ਤੁਸੀਂ ਯੂਜ਼ ਕਰਨਾ ਹੈਗਾ ਬੱਚੇ ਦੇ ਉਸ ਨਤੀਜੇ ਨੂੰ ਜੱਜ ਕਰਨ ਦੇ ਲਈ। ਤਾਂ ਸਾਡੇ ਕੋਲ ਇੱਥੇ ਜਿਹੜੀ ਆਪਸ਼ਨ ਹੈ ਉਹ ਹੈ ਸੀ। ਠੀਕ ਹੈ। ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋਊਗਾ ਕਿ ਜਿਹੜੀ ਸਾਡੀ ਅਸੈਸਮੈਂਟ ਹੁੰਦੀ ਆ ਉਹ ਕੀ ਹੁੰਦੀ ਆ, ਇੱਕ ਬੱਚੇ ਦੀ ਲਰਨਿੰਗ ਆਊਟਕਮ ਕੀ ਹੁੰਦੀ ਆ। ਪ੍ਰੋਡਕਟ ਮਤਲਬ ਬਿਲਕੁਲ ਲਾਸਟ ਦੇ ਵਿੱਚ ਆ। ਠੀਕ ਹੈ। ਜਿਹੜੇ ਸਾਡੇ ਐਕਸਪੀਰੀਐਂਸਿਸ ਹੋਣਗੇ, ਜਿਹੜਾ ਬੱਚਾ ਡਿਊਰਿੰਗ ਕਰੂਗਾ, ਉਹ ਕੀ ਹੁੰਦੀ ਆ, ਪ੍ਰੋਸੈਸ। ਤਾਂ ਲਰਨਿੰਗ ਆਊਟਕਮ ਹਮੇਸ਼ਾ ਹੀ ਕੀ ਹੁੰਦੀ ਆ, ਸਾਡੇ ਕਿਹਦੇ ਉੱਪਰ ਬੇਸਡ ਹੁੰਦੀ ਆ, ਸਾਡੀ ਲਾਸਟ ਦੇ ਵਿੱਚ ਜੋ ਵੀ ਬੱਚਾ ਲਰਨ ਕਰ ਰਿਹਾ, ਜੋ ਵੀ ਪ੍ਰੋਡਕਟ ਪੇਸ਼ ਕਰ ਰਿਹਾ। ਨੈਕਸਟ ਕੁਐਸਚਨ ਆਪਣੇ ਕੋਲ, ਵਟ ਇਜ਼ ਦਾ ਲੋਐਸਟ ਲੈਵਲ ਆਫ ਲਰਨਿੰਗ ਅਕੋਰਡਿੰਗ ਟੂ ਬਲੂਮ ਦੇ ਅਕੋਰਡਿੰਗ ਸਭ ਤੋਂ ਨੀਚੇ ਵਾਲਾ ਲੈਵਲ ਕੀ ਆ ਕੋਗਨੈਟਿਵ ਦੇ ਵਿੱਚ। ਤਾਂ ਜਿਹੜਾ ਸਭ ਤੋਂ ਲੋਐਸਟ ਲੈਵਲ ਹੈਗਾ ਉਹ ਹੈਗਾ ਨੌਲੇਜ। ਠੀਕ ਹੈ। ਤੇ ਸਭ ਤੋਂ ਹਾਈਐਸਟ ਜਿਹੜਾ ਹੈਗਾ ਉਹ ਕਿਹੜਾ ਹੈਗਾ, ਅਵੈਲੂਏਸ਼ਨ। ਇਹਨੂੰ ਧਿਆਨ ਦੇ ਵਿੱਚ ਰੱਖਿਓ, ਜਿਹੜੀ ਨੌਲੇਜ ਹੈਗੀ ਆ ਉਹਨੂੰ ਅੱਜ ਕੱਲ ਕਿਉਂਕਿ ਟਾਈਮ ਦੇ ਹਿਸਾਬ ਨਾਲ ਇਸ ਜਿਹੜੇ ਡੋਮੇਨ ਸੀਗੇ ਉਹਨਾਂ ਦੇ ਨਾਮ ਬਦਲੇ ਗਏ ਆ ਬਲੂਮ ਟੈਕਸੋਨੋਮੀ ਦੇ ਵੀ। ਤਾਂ ਜਿਹੜਾ ਨੌਲੇਜ ਆ ਉਹਦੇ ਲਈ ਅੱਜ ਕੱਲ ਰਿਮੈਂਬਰਿੰਗ ਵਰਡ ਵੀ ਯੂਜ਼ ਕਰ ਲਿਆ ਜਾਂਦਾ। 10th ਆਪਣੇ ਕੋਲ ਲਰਨਿੰਗ ਆਊਟਕਮ ਸ਼ੁੱਡ ਨਾਟ ਬੀ, ਲਰਨਿੰਗ ਆਊਟਕਮ ਕਿਵੇਂ ਦੀ ਨਹੀਂ ਹੋਣੀ ਚਾਹੀਦੀ ਹਨਾ। ਕਿਵੇਂ ਦੀ ਹੋਣੀ ਚਾਹੀਦੀ ਹੈ, ਪਹਿਲਾਂ ਤਾਂ ਹੈ ਆਪਣੇ ਕੋਲ ਸਿੰਪਲ ਹੋਣੀ ਚਾਹੀਦੀ ਹੈ, ਬਿਲਕੁਲ ਸਹੀ। ਠੀਕ ਹੈ। ਯਥਾਰਥਿਕ ਹੋਣੀ ਚਾਹੀਦੀ ਹੈ, ਰੀਅਲਿਸਟਿਕ ਹੋਣੀ ਚਾਹੀਦੀ ਹੈ, ਇਹ ਵੀ ਬਿਲਕੁਲ ਠੀਕ। ਸਪੈਸੀਫਿਕ ਹੋਣੀ ਚਾਹੀਦੀ ਹੈ, ਜਿਹੜੇ ਫੀਲਡ ਨੂੰ ਤੁਸੀਂ ਜੱਜ ਕਰਨਾ ਉਹਦੇ ਨਾਲ ਰਿਲੇਟਡ। ਬਸ ਕੰਪਾਊਂਡ ਨਹੀਂ ਹੋਣੀ ਚਾਹੀਦੀ। ਠੀਕ ਹੈ। ਮਿਸ਼ਰਤ ਨਹੀਂ ਹੋਣੀ ਚਾਹੀਦੀ ਕਿ ਉਹ ਦੇਖਣ ਵਾਲੇ ਨੂੰ, ਸੁਣਨ ਵਾਲੇ ਨੂੰ ਸਮਝ ਨਾ ਲੱਗੇ। ਠੀਕ ਹੈ ਜੀ। ਇਹ ਸੀ ਸਾਡੇ ਅੱਜ ਦੇ MCQ। ਨੈਕਸਟ ਕਲਾਸ ਦੇ ਵਿੱਚ ਨੈਕਸਟ ਟੌਪਿਕ ਦੇ ਨਾਲ ਰਿਲੇਟਡ MCQ ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।